ਦਲਜੀਤ ਸਿੰਘ ਜੀ, ਗੱਲ ਕਰੀਏ ਪੰਜਾਬ ਵਿੱਚ ਨਸ਼ਿਆਂ ਦੀ ਤਾਂ ਪੰਜਾਬ ਇੱਕ ਵੇਲੇ ਨਸ਼ਿਆਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਵੀ ਆ ਜਾਂਦਾ ਸੀ। ਪੰਜਾਬ ਦੇ ਨਸ਼ਿਆਂ ਨੂੰ ਲੈ ਕੇ ਫਿਲਮ ਤੱਕ ਬਣ ਜਾਂਦੀ ਹੈ। ਜੇ ਗੱਲ ਕਰੀਏ ਨਸ਼ਿਆਂ ਦੀ ਤਾਂ ਦੋ ਸਰਕਾਰਾਂ ਆਈਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸਰਕਾਰ ਬਣਾਈ ਸੀਗੀ ਕਿ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆ ਜਾਂਦੀ ਹੈ, ਉਹ ਵੀ ਇੱਕ ਦਾਅਵਾ ਕਰਦੀ ਹੈ ਕਿ ਅਸੀਂ ਨਸ਼ਿਆਂ ਨੂੰ ਖਤਮ ਕਰ ਦਾਂਗੇ। ਨਸ਼ਾ ਤਾਂ ਖਤਮ ਨਹੀਂ ਹੋਇਆ, ਪਰ ਇੱਕ ਨੌਜਵਾਨ ਹੁਣ ਗ੍ਰਿਫਤਾਰ ਹੋ ਜਾਂਦਾ ਜੋ ਨਸ਼ਿਆਂ ਖਿਲਾਫ ਕਹਿ ਲਓ ਕਿ ਕਾਫੀ ਜ਼ੋਰ ਸ਼ੋਰ ਨਾਲ ਆਪਣੀ ਆਵਾਜ਼ ਚੱਕਦਾ ਹੈ। ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਕਿ ਨਸ਼ੇ ਦਾ ਰੈਕੇਟ ਕੋਈ ਛੋਟਾ ਮੋਟਾ ਨਹੀਂ ਹੈ, ਬਹੁਤ ਵੱਡਾ ਰੈਕੇਟ ਹੈ। ਅਰਬਾਂ ਖਰਬਾਂ ਦੇ ਪ੍ਰੋਜੈਕਟ ਨੇ ਤੇ ਇਹਦੇ ਵਿੱਚ ਪੋਲੀਟੀਸ਼ੀਅਨ, ਵੱਡੇ ਬਿਜ਼ਨਸਮੈਨ, ਧਨਾਢ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਦੇ ਆ, ਉਹ ਸਾਰੇ ਇਹਦੇ ਵਿੱਚ ਇਨਵੋਲਵ ਨੇ। ਤੇ ਸ਼ਾਇਦ ਇੱਕ ਗੱਲ ਹੋਰ ਮੈਂ ਨਾਲ ਹੀ ਨਾਲ ਟੈਕਨੀਕਲੀ ਗੱਲ ਕਰ ਦੇਵਾਂ ਕਿ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਆ, ਉਹਨਾਂ ਨੂੰ ਸ਼ਾਇਦ ਇਹ ਗੱਲ ਦਾ ਨਾ ਪਤਾ ਹੋਵੇ ਵੀ ਅਸਲ ਦੇ ਵਿੱਚ ਪ੍ਰੋਜੈਕਟ ਹੈ ਕਿਹਦਾ। ਯਾਨੀ ਕਿ ਉਹ ਤਾਂ ਆਪਣਾ ਵਪਾਰ ਕਰ ਰਹੇ ਆ, ਹਨਾ। ਇੱਕ ਗੱਲ ਸਮਝਿਓ ਤੁਸੀਂ, ਉਹ ਆਪਣਾ ਵਪਾਰ ਕਰ ਰਹੇ ਨੇ, ਚਾਹੇ ਪੋਲੀਟੀਸ਼ੀਅਨ ਹੈ, ਚਾਹੇ ਧਨਾਢ ਲੋਕ ਨੇ, ਚਾਹੇ ਪੁਲਿਸ ਪ੍ਰਸ਼ਾਸਨ ਦੇ ਕੁਝ ਲੋਕ ਰਲੇ ਹੋਏ ਆ। ਉਹ ਆਪਣਾ ਵਪਾਰ ਕਰ ਰਹੇ ਨੇ, ਪਰ ਉਹਨਾਂ ਨੂੰ ਨਹੀਂ ਪਤਾ ਕਿ ਅੰਦਰ ਖਾਤੇ ਇਹ ਪ੍ਰੋਜੈਕਟ ਕਿਹਦਾ। ਸੋ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਜਦੋਂ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਦੇਖਦੇ ਹਾਂ ਤਾਂ ਕੇਂਦਰ ਦੀ ਇੱਕ ਮਾਰੂ ਨੀਤੀ ਹਮੇਸ਼ਾ ਰਹੀ ਹੈ ਕਿ ਪੰਜਾਬ ਨੂੰ ਹਰ ਪਾਸਿਓਂ ਡੋਬਣਾ ਹੈ। ਚਾਹੇ ਉਹ ਹੜ੍ਹਾਂ ਦੀ ਗੱਲ ਹੋਵੇ, ਚਾਹੇ ਨਸ਼ੇ ਦੀ ਗੱਲ ਹੋਵੇ, ਚਾਹੇ ਸਾਡੀ ਨੌਜਵਾਨੀ ਦਾ ਪ੍ਰਵਾਸ ਹੋਵੇ, ਚਾਹੇ ਹਰੀ ਕ੍ਰਾਂਤੀ ਹੋਵੇ। ਮਤਲਬ ਤੁਸੀਂ ਦੇਖੋ ਕਿ ਹਰ ਸਮੇਂ ਦੇ ਉੱਤੇ ਹਰ ਇੱਕ ਨਵੇਂ ਤਰੀਕੇ ਦੇ ਨਾਲ ਪੰਜਾਬ ਨੂੰ ਮਾਰਿਆ ਗਿਆ। ਹੁਣ ਇਹ ਪ੍ਰੋਜੈਕਟ ਤਾਂ ਹੋ ਸਕਦਾ ਕਿ ਏਜੰਸੀਆਂ ਦਾ ਹੋਵੇ, ਪਰ ਜਿਹੜੇ ਅੱਗੇ ਮੋਹਰੇ ਬਣੇ ਹੋਏ ਨੇ, ਜੋ ਨਸ਼ਾ ਵੇਚ ਰਹੇ ਨੇ ਜਾਂ ਖਰੀਦ ਰਹੇ ਨੇ, ਜੋ ਮੰਗਾ ਰਹੇ ਨੇ, ਕੋਈ ਸਿੰਥੈਟਿਕ ਨਸ਼ੇ ਦੀਆਂ ਫੈਕਟਰੀਆਂ ਪੰਜਾਬ 'ਚ ਚਲਾ ਰਹੇ ਆ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਵਪਾਰ ਕਰ ਰਹੇ ਹਾਂ ਤੇ 2 ਨੰਬਰ 'ਚ ਪੈਸਾ ਬੜਾ ਸੌਖਾ ਬਣ ਜਾਂਦਾ। ਤੇ ਫਿਰ ਕੀ ਹੈ, ਜੇ 10-15 ਲੋਕ ਮਰ ਜਾਣ ਜਾਂ 100 ਲੋਕ ਮਰ ਜਾਣ ਜਾਂ 1000 ਲੋਕ ਮਰ ਜਾਣ, ਚਲੋ ਸਾਡੀ ਜੇਬ ਤਾਂ ਭਰ ਰਹੀ ਹੈ। ਪਰ ਅਸਲ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਬਹੁਤ ਪਿੱਛੋਂ ਚੱਲ ਰਿਹਾ। ਹੁਣ ਤੁਸੀਂ ਦੇਖੋ ਨਾ ਕਿ ਕਿੰਨੀ ਢਿੱਲ ਹੈ। ਸਰਕਾਰਾਂ ਬਦਲੀਆਂ ਨੇ, ਜਿਵੇਂ ਤੁਸੀਂ ਖੁਦ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਰਹੇ ਨਸ਼ਾ ਖਤਮ ਕਰਾਂਗੇ। ਬਾਦਲਾਂ ਵੇਲੇ ਵੀ ਇਹ ਨਸ਼ਾ ਜਿਹੜਾ ਹੈ ਉਸੇ ਤਰ੍ਹਾਂ ਵਿਕਦਾ ਰਿਹਾ, ਤੇ ਅੱਜ ਆਮ ਆਦਮੀ ਜਿਹੜੀ ਹੈ ਉਹ ਕਹਿੰਦੇ ਸੀ ਬਦਲਾਅ ਲਿਆਵਾਂਗੇ, ਤੇ ਅੱਜ 1.5 ਸਾਲ ਹੋ ਗਿਆ ਨਸ਼ਾ ਉਸੇ ਤਰ੍ਹਾਂ। ਨੌਜਵਾਨਾਂ ਦੀਆਂ ਵੀਡੀਓ ਰੋਜ਼ ਆਉਂਦੀਆਂ ਨੇ, ਮਾਵਾਂ ਕੁਰਲਾਉਂਦੀਆਂ ਲਾਸ਼ਾਂ ਦੇ ਕੋਲ ਬੈਠ ਕੇ, ਅੱਜ ਵੀ ਉਸੇ ਤਰ੍ਹਾਂ ਵੀਡੀਓ ਆ ਰਹੀਆਂ। ਸੋ ਉਹਦੇ ਵਿੱਚ ਕੋਈ ਵੀ ਸਖਤਾਈ ਨਹੀਂ ਕੀਤੀ ਗਈ ਕਿ ਅਸੀਂ ਰੈਕੇਟ, ਇਹਦੀ ਜੜ ਕਿੱਥੇ ਹੈ, ਇਹਦੀਆਂ ਤੰਦਾਂ ਕਿੱਥੇ ਜੁੜਦੀਆਂ ਨੇ, ਕਿਹੜੇ ਕਿਹੜੇ ਬੰਦੇ ਫੜਾਂਗੇ ਤਾਂ ਇਹਨਾਂ ਦਾ ਲੱਕ ਟੁੱਟੇਗਾ। ਉਹਦੇ ਵੱਲ ਕੋਈ ਧਿਆਨ ਨਹੀਂ, ਤੇ ਨਾ ਹੀ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ। ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਜਦੋਂ ਪੁਲਿਸ ਜਾਂ ਫਿਰ ਸਰਕਾਰ ਜਾਂ ਫਿਰ ਡਿਫੈਂਸ ਮਿਨਿਸਟਰੀ ਜਾਂ ਫਿਰ ਦੇਸ਼ ਜਿਹੜਾ ਹੁੰਦਾ ਹੈ, ਉਹ ਕਦੇ ਵੀ ਕੋਈ ਇੱਕ ਪ੍ਰਣ ਕਰ ਲਵੇ ਨਾ ਵੀ ਆਹ ਕੰਮ ਅਸੀਂ ਕਰਨਾ ਹੈ, ਉਹ ਕਰਕੇ ਛੱਡਦੇ ਹੁੰਦੇ ਆ। ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਦੱਸ ਦਿੰਦਾ ਕਿ ਨਕਲੀ ਦਾਰੂ ਜੀ। ਕੱਢਣ ਵਾਲਿਆਂ ਦਾ ਜਦੋਂ ਪਤਾ ਲੱਗ ਜਾਂਦਾ ਤਾਂ ਝੱਟ ਜਾ ਕੇ ਪੁਲਿਸ ਵਾਲੇ ਉੱਤੇ ਛਾਪਾ ਮਾਰਦੇ ਨੇ। ਕਿਹਾ ਜਾਂਦਾ ਕਿ ਭੱਠੀ ਫੜੀ ਗਈ। ਸੋ ਜਿੰਨੀਆਂ ਬੋਤਲਾਂ ਸ਼ਰਾਬ ਦੀਆਂ ਹੁੰਦੀਆਂ, ਉਹਨੂੰ ਡਿਸਟਰੋਇਡ ਕਰ ਦਿੱਤਾ ਜਾਂਦਾ ਹੈ। ਉਹਦੇ ਉੱਤੋਂ ਟਰੱਕ ਟਰੈਕਟਰ ਲੰਘਾ ਦਿੱਤੇ ਜਾਂਦੇ ਨੇ, ਕਰੇਨ ਲੰਘਾ ਦਿੱਤੀ ਜਾਂਦੀ ਹੈ। ਸੋ ਉਹ ਬੰਦੇ ਵੀ ਫੜ ਲਏ ਜਾਂਦੇ ਨੇ ਜਿਹੜੇ ਨਕਲੀ ਦਾਰੂ ਕੱਢਦੇ ਆ। ਹੁਣ ਨਕਲੀ ਦਾਰੂ ਕੱਢਣ ਵਾਲਾ ਬੰਦਾ ਫੜਿਆ ਜਾਂਦਾ, ਜਦ ਕਿ ਨਕਲੀ ਦਾਰੂ, ਮਾਫ਼ ਕਰਨਾ ਨਕਲੀ ਕਹਿ ਰਿਹਾ ਮੈਂ, ਘਰ ਦੀ ਕੱਢੀ ਦਾਰੂ। ਸੋ ਘਰ ਦੀ ਕੱਢੀ ਦਾਰੂ ਚਿੱਟੇ ਜਿੰਨੀ ਖਤਰਨਾਕ ਵੀ ਨਹੀਂ ਹੈ, ਪਰ ਉਹਨਾਂ ਨੂੰ ਫੜ ਲਿਆ ਜਾਂਦਾ। ਉਹਦੇ ਪਿੱਛੇ ਕਾਰਨ ਸਮਝੋ ਹੁਣ ਕੀ ਹੈ। ਜਿਹੜੀ ਘਰ ਦੀ ਕੱਢੀ ਸ਼ਰਾਬ ਹੈ, ਜੇਕਰ ਲੋਕੀ ਆਪਣੇ ਘਰਾਂ ਦੇ ਵਿੱਚ ਕੱਢ ਕੇ ਉਹਨੂੰ ਪੀਣ ਲੱਗ ਪੈਣਗੇ, ਤਾਂ ਜਿਹੜਾ ਸਰਕਾਰ ਦਾ ਸਭ ਤੋਂ ਵੱਡਾ ਇਨਕਮ ਦਾ ਸੋਰਸ ਹੈ ਸ਼ਰਾਬ ਦਾ ਧੰਦਾ, ਉਹਨੂੰ ਸੱਟ ਵੱਜਦੀ ਹੈ। ਸੋ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਸਾਡਾ ਜਿਹੜਾ ਸ਼ਰਾਬ ਦਾ ਕਾਰੋਬਾਰ ਹੈ ਉਹ ਘਟੇ, ਲੋਕ ਆਪਣੀ ਘਰਾਂ ਦੇ ਵਿੱਚੋਂ ਸ਼ਰਾਬ ਕੱਢ ਕੇ ਤੇ ਉਹ ਪੀਣ ਲੱਗ ਪੈਣ। ਸੋ ਇਹ ਗੱਲ ਨੂੰ ਤੁਸੀਂ ਸਮਝਿਓ। ਮਤਲਬ ਜਦੋਂ ਸਰਕਾਰ ਦੇ ਉੱਤੇ ਪੈਂਦੀ ਹੈ ਨਾ ਕੋਈ ਵੀ ਗੱਲ ਹੋਵੇ, ਕਦੇ ਵੀ ਕੋਈ ਕਾਨੂੰਨ ਹੱਥ 'ਚ ਲੈ ਰਿਹਾ, ਕਦੀ ਸਰਕਾਰ ਨੂੰ ਕੋਈ ਚੂਨਾ ਲਾ ਰਿਹਾ, ਸੋ ਉੱਥੇ ਸਰਕਾਰ ਕਦੇ ਵੀ ਢਿੱਲੀ ਨਹੀਂ ਪੈਂਦੀ। ਹੁਣ ਜਿਹੜਾ ਚਿੱਟੇ ਦਾ ਕੰਮ ਹੈ, ਉੱਥੇ ਤੁਸੀਂ ਸਮਝੋ ਵੀ ਉਹ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਹੈ, ਕਿ ਸਰਕਾਰ ਨੂੰ ਤਾਂ ਕੋਈ ਇਨਕਮ ਨਹੀਂ ਹੈ ਉਹਦੀ, ਪਰ ਵਿਕ ਫਿਰ ਵੀ ਰਿਹਾ। ਉਹਦਾ ਕਾਰੋਬਾਰ ਦਾ ਜਿਹੜਾ ਫਾਇਦਾ ਹੈ ਉਹ ਅਸਿੱਧੇ ਰੂਪ ਦੇ ਵਿੱਚ ਸਰਕਾਰ ਨੂੰ ਜ਼ਰੂਰ ਹੋ ਸਕਦਾ। ਜਿਹੜੀ ਹਿੱਸੇਦਾਰੀ ਜਾਂਦੀ ਹੈ, ਕਿਸੇ ਮੰਤਰੀ ਐਮਐਲਏ ਤੱਕ ਜਾਂਦੀ ਹੋਏਗੀ, ਕਿਸੇ ਪੁਲਿਸ ਵਾਲੇ ਤੱਕ ਜਾਂਦੀ ਹੋਏਗੀ, ਹਨਾ। ਸੋ ਉਹ ਤਾਂ ਇਨਡਾਇਰੈਕਟਲੀ ਹੋ ਸਕਦਾ, ਪਰ ਡਾਇਰੈਕਟ ਸਿੱਧਾ ਜਿਹੜਾ ਕਨੈਕਸ਼ਨ ਹੈ ਚਿੱਟੇ ਨਾਲ, ਉਹ ਨਹੀਂ ਹੈ। ਕਿਉਂਕਿ ਸਰਕਾਰੀ ਕੋਈ ਏਦਾਂ ਦਾ ਕੋਈ ਇਹ ਵਪਾਰ ਨਹੀਂ ਹੈਗਾ ਜਿਹੜਾ ਸਰਕਾਰ ਕਰਦੀ ਹੋਵੇ। ਉਹ ਗੱਲ ਵੱਖਰੀ ਹੈ ਕਿ ਏਜੰਸੀਆਂ ਕਰਵਾ ਰਹੀਆਂ ਆਪਣੇ ਫਾਇਦੇ ਨੂੰ, ਤੇ ਪੰਜਾਬ 'ਚੋਂ ਵਿਕ ਰਿਹਾ। ਹੁਣ ਤੁਸੀਂ ਦੇਖੋ, ਜਦੋਂ ਹੁਣ ਮੈਂ ਤੁਹਾਨੂੰ ਗੱਲ ਦੱਸਦਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਸਰਕਾਰ ਦੀ ਆਬਰੂ ਤੇ ਇੱਜ਼ਤ ਆਬਰੂ ਤੇ ਬਾਣ ਆਉਂਦੀ ਹੈ, ਭਈ ਇਹ ਤਾਂ ਸਾਡੀ ਅਣਖ ਦੀ ਗੱਲ ਹੈ ਜੀ, ਉਦੋਂ ਸਰਕਾਰ ਐਕਸ਼ਨ ਲੈਂਦੀ ਹੈ, ਪੁਲਿਸ ਵੀ ਉਦੋਂ ਐਕਸ਼ਨ ਲੈਂਦੀ ਹੈ। ਤੁਹਾਨੂੰ ਯਾਦ ਹੋਣਾ ਅੱਜ ਤੋਂ 3-4 ਸਾਲ ਪਹਿਲਾਂ
2 ਗੈਂਗਸਟਰ ਜਿਹੜੇ ਨੇ ਮਾਰੇ ਗਏ ਸੀ, ਉਹਦੇ ਵਿੱਚ ਇੱਕ ਦਾ ਨਾਮ ਸੀ ਜੈਪਾਲ ਭੁੱਲਰ ਤੇ ਇੱਕ ਉਹਦਾ ਸਾਥੀ। ਹੁਣ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਉਹਨਾਂ ਨੂੰ ਮਾਰਿਆ ਕਿਉਂ ਗਿਆ ਸੀ। ਉਹਨਾਂ ਨੂੰ ਮਾਰਨ ਦੀ ਵਜ੍ਹਾ ਇਹ ਜੀ ਸੀ ਕਿ ਉਹਨਾਂ ਦੇ ਉੱਤੇ ਇਲਜ਼ਾਮ ਸੀ ਕਿ 7 ਦਿਨ ਪਹਿਲਾਂ, ਯਾਨੀ ਕਿ 7 ਦਿਨ ਪਹਿਲਾਂ ਉਹਨਾਂ ਨੇ 2 ਪੁਲਿਸ ਵਾਲਿਆਂ ਦਾ ਕਤਲ ਕਰ ਦਿੱਤਾ ਸੀ ਤੇ 7 ਦਿਨਾਂ ਦੇ ਵਿੱਚ ਉਹ ਬੰਦੇ ਲੱਭ ਕੇ ਜੈਪਾਲ ਭੁੱਲਰ ਹੋਰੀ ਮਾਰ ਦਿੱਤੇ ਗਏ। ਕੋਈ ਜੇ ਅਗਲੇ ਕਹਿੰਦੇ ਵੀ ਹੋਣ ਵੀ ਅਸੀਂ ਜਿਹੜੀ ਸਾਡੀ ਜਾਨ ਬਖਸ਼ ਦਿਓ, ਅਸੀਂ ਜੇਲ੍ਹ ਵੀ ਕੱਟਣ ਨੂੰ ਤਿਆਰ ਹਾਂ, ਅਸੀਂ ਆਤਮ ਸਮਰਪਣ ਕਰਦੇ ਹਾਂ, ਉੱਥੇ ਪੁਲਿਸ ਨੇ ਕੋਈ ਵੀ ਉਹਨਾਂ ਦੇ ਨਾਲ ਢਿੱਲ ਨਹੀਂ ਕੀਤੀ, ਉਹਨਾਂ ਨੂੰ ਮਾਰ ਦਿੱਤਾ। ਅੰਦਰੋਂ ਅੰਦਰ ਖਾਤੇ ਕੀ ਹੋਇਆ, ਅਗਲਿਆਂ ਨੇ ਮਾਫੀ ਮੰਗੀ, ਹਥਿਆਰ ਸੁੱਟੇ, ਪਰ ਉੱਥੇ ਗੱਲ ਸੀ ਕਿ ਪੁਲਿਸ ਦੇ ਅਕਸ ਨੂੰ ਵੰਗਾਰਿਆ ਗਿਆ, ਪੁਲਿਸ ਦੀ ਇੱਜ਼ਤ ਨੂੰ ਹੱਥ ਪਾਉਣ ਦੀ, ਕਾਲਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਦੋਂ 2 ਪੁਲਿਸ ਵਾਲੇ ਮਾਰ ਦਿੱਤੇ ਗਏ। ਹੁਣ ਤੁਸੀਂ ਇਸ ਗੱਲ ਨੂੰ ਬਹੁਤ ਤਰੀਕੇ ਨਾਲ ਸਮਝੋ। ਜਦੋਂ ਸਰਕਾਰ ਦੇ ਉੱਤੇ ਆਉਂਦੀ ਹੈ ਨਾ, ਸਰਕਾਰ ਫਿਰ ਛੱਡਦੀ ਨਹੀਂ। ਇੱਕ ਹੋਰ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ, ਨਾਕੇ ਦੇ ਉੱਤੇ ਕਰੋਨਾ ਵਾਇਰਸ ਦੌਰਾਨ ਨਿਹੰਗਾਂ ਨੇ ਗੱਡੀ ਚਾੜ ਦਿੱਤੀ ਪੁਲਿਸ ਵਾਲਿਆਂ ਦੇ ਉੱਤੇ, ਉੱਥੇ ਜਿਹੜੀ ਹੱਥੋਂ ਪਾਈ ਹੋਈ ਹੈ ਉਹਦੇ ਵਿੱਚ ਕਿਰਪਾਨ ਕੱਢ ਕੇ ਨਿਹੰਗ ਨੇ ਤਾਂ ਇੱਕ ਪੁਲਿਸ ਵਾਲੇ ਦਾ ਹੱਥ ਵੜ ਦਿੱਤਾ, ਗੁੱਟ ਵੜ ਦਿੱਤਾ, ਤੁਹਾਨੂੰ ਯਾਦ ਹੋਣਾ। ਸੋ ਉਹ ਕੀ ਹੋਇਆ ਵੀ ਉਹ ਗੁੱਟ ਤਾਂ ਜੁੜ ਗਿਆ, ਨਾਲੋਂ ਨਾਲ ਪੀਜੀਆਈ ਭੇਜ ਦਿੱਤਾ ਗਿਆ, ਪੁਲਿਸ ਵਾਲਾ ਗੁੱਟ ਜੁੜ ਗਿਆ, ਉਹ ਸਾਰਾ ਠੀਕ ਹੋ ਗਿਆ, ਬਾਅਦ ਚੋਂ ਰਿਟਾਇਰ ਹੋ ਗਿਆ। ਪਰ ਤੁਸੀਂ ਅਗਲੇ ਦਿਨ ਦੀ ਕਾਰਵਾਈ ਦੇਖੋ, ਜਦੋਂ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ, ਰਾਤ ਜੇਲ੍ਹ ਦੇ ਵਿੱਚ ਕਟਾਈ ਗਈ ਟੌਰਚਰ ਦੇ ਵਿੱਚ, ਤਾਂ ਅਗਲੇ ਦਿਨ ਉਹ ਨਿਹੰਗਾਂ ਦੇ ਗੁੱਟ ਟੁੱਟੇ ਹੋਏ ਸੀ। ਹੁਣ ਤੁਸੀਂ ਸਮਝ ਗਏ ਹੋ ਨਾ ਜਿਹੜੀ ਮੈਂ ਗੱਲ ਤੁਹਾਨੂੰ ਸਮਝਾਉਣੀ ਚਾਹੁੰਦਾ। ਜਦੋਂ ਸਰਕਾਰ ਜਾਂ ਪੁਲਿਸ ਦੀ ਆਬਰੂ ਤੇ ਜੀ ਬਣਦੀ ਹੈ ਉਦੋਂ ਐਕਸ਼ਨ ਲੈਂਦੇ ਨੇ, ਅਦਰਵਾਈਜ਼ ਉਹ ਕਹਿੰਦੇ ਆ ਵੀ ਚੱਲਣ ਦਿਓ ਜਿੱਦਾਂ ਚੱਲਦਾ, ਸਾਡਾ ਕੋਈ ਸਬੰਧ ਨਹੀਂ, ਐਵੇਂ ਹੀ ਅਸੀਂ ਜਿਹੜੇ ਜਾਣ ਬੁੱਝ ਕੇ ਆਪਾਂ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ। ਜਿਹੜੀ ਹਿੱਸੇਦਾਰੀ ਆਉਂਦੀ ਹੈ ਜਾਂ ਫਿਰ ਜਿਹੜਾ ਵੱਡਾ ਕੰਮ ਹੈਗਾ ਉਹ ਸਾਰਾ ਏਦਾਂ ਹੀ ਚੱਲਣ ਦਿਓ, ਹਨਾ। ਹੁਣ ਇਹ ਗੱਲਾਂ ਹੁੰਦੀਆਂ ਕਿ ਪੁਲਿਸ ਕਦੇ ਵੀ ਨਹੀਂ ਚਾਹੁੰਦੀ। ਹੁਣ ਪ੍ਰਵਿੰਦਰ ਝੋਟੇ ਤੇ ਮੈਂ ਲਿਆਉਣੀ ਚਾਹੁੰਦਾ, ਹੁਣ ਇੱਥੇ ਵੀ ਉਹੀ ਗੱਲ ਹੈ ਕਿ ਪੁਲਿਸ ਇਹ ਕਹਿੰਦੀ ਹੈ ਕਿ ਜਿਹੜੀ ਗੌਰਮੈਂਟ, ਜਿਹੜੇ ਮਾਫ ਕਰਨਾ ਆਮ ਲੋਕ ਹੈ, ਜਦੋਂ ਆਪਣੇ ਹੱਥ ਵਿੱਚ ਕਮਾਂਡ ਲੈ ਲੈਣਗੇ ਤਾਂ ਫਿਰ ਸਾਡੀ ਕੀ ਇੱਜ਼ਤ ਰਹਿ ਜੂਗੀ ਇਲਾਕੇ ਦੇ ਵਿੱਚ। ਹੌਲੀ ਹੌਲੀ ਪ੍ਰਵਿੰਦਰ ਝੋਟੇ ਵਰਗੇ 100 ਬੰਦੇ ਜੇਕਰ ਨਿਕਲ ਆਉਣ ਪੰਜਾਬ 'ਚ ਕਿ ਅਸੀਂ ਐਂ ਕਰਾਂਗੇ ਜੀ, ਅਸੀਂ ਆਪਣੇ ਤਰੀਕੇ ਨਾਲ ਕਰਾਂਗੇ, ਉੱਥੇ ਫਿਰ ਪੁਲਿਸ ਦਾ ਜਿਹੜਾ ਇੱਕ ਕਹਿ ਲਈਏ ਲੋਕਾਂ ਦੇ ਵਿੱਚ ਵਕਾਰ ਘਟਦਾ, ਪ੍ਰਸ਼ਾਸਨ ਤੋਂ ਵਕਾਰ ਜਿਹੜਾ ਪ੍ਰਸ਼ਾਸਨ ਦਾ ਵਕਾਰ ਹੈ ਘਟ ਜਾਂਦਾ। ਉਹਨਾਂ ਨੂੰ ਜੀ ਲੋਕ ਪੁੱਛਦੇ ਨਹੀਂ। ਤੁਹਾਨੂੰ ਯਾਦ ਹੋਣਾ, ਮੈਂ ਇਸ ਤੋਂ ਪਿੱਛੇ ਚਲੇ ਜਾਣਾ, ਇੱਕ ਵੱਡੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਰਕਾਰ ਨੂੰ ਕਿਉਂ ਚੁੱਭਦੇ ਸੀ? ਉਹਦਾ ਕਾਰਨ ਵੀ ਕਿਤੇ ਨਾ ਕਿਤੇ ਇਹ ਸੀ ਕਿ ਉਹਨਾਂ ਨੇ ਕੀ ਕੀਤਾ ਸੀ, ਜਿੱਦਾਂ 2 ਧਿਰਾਂ ਦੇ ਵਿੱਚ ਝਗੜਾ ਹੋਇਆ ਤੇ ਉਹ ਪੁਲਿਸ ਥਾਣੇ ਜਾਣ ਦੀ ਬਜਾਏ, ਕਚਹਿਰੀਆਂ 'ਚ ਜਾਣ ਦੀ ਬਜਾਏ ਉਹ ਸੰਤਾਂ ਕੋਲ ਚਲੇ ਜਾਂਦੇ ਸੀ। ਬੈਠੇ ਬਿਠਾਏ ਉਹਨਾਂ ਦਾ ਮਸਲਾ ਹੱਲ ਕਰ ਦਿੱਤਾ ਜਾਂਦਾ ਸੀ। ਕਿਸੇ ਕੁੜੀ ਨੂੰ ਦਾਜ ਵਾਲੇ ਤੰਗ ਕਰਦੇ ਸੀ ਤਾਂ ਉਹ ਮਸਲਾ ਹੱਲ ਕਰ ਦਿੱਤਾ ਜਾਂਦਾ ਸੀ। ਸੋ ਉਸ ਵੇਲੇ ਤਾਂ ਇਹ ਵੀ ਗੱਲ ਮਸ਼ਹੂਰ ਹੋ ਗਈ ਸੀ ਕਿ ਕਚਹਿਰੀਆਂ ਖਾਲੀ ਰਹਿਣ ਲੱਗ ਪਈਆਂ, ਪੰਚਾਇਤਾਂ ਖਾਲੀ ਰਹਿਣ ਲੱਗ ਪਈਆਂ, ਕਿਉਂਕਿ ਲੋਕ ਤਾਂ ਸਿੰਘਾਂ ਕੋਲ ਜਾ ਕੇ ਆਪਣੇ ਕੇਸ ਸੋਲਵ ਕਰਵਾਉਣ ਲੱਗ ਪਏ ਆ। ਸੋ ਉਸ ਵੇਲੇ ਵੀ ਫਿਰ ਜਦੋਂ ਲੱਗਿਆ ਸਰਕਾਰ ਨੂੰ ਕਿ ਸਾਡੇ ਹੱਥੋਂ ਸਥਿਤੀ ਨਿਕਲਦੀ ਜਾ ਰਹੀ ਹੈ ਭਾਈ, ਫਿਰ ਉਹਨਾਂ ਨੂੰ ਰੋਕਿਆ ਗਿਆ। ਉਹ ਜੋ ਹੋਇਆ ਤੁਹਾਨੂੰ ਸਾਰਾ ਪਤਾ ਹੈ। ਸੋ ਹੁਣ ਪ੍ਰਵਿੰਦਰ ਝੋਟਾ ਜੇਕਰ ਆਪ ਆਪਣੇ ਹੱਥ ਦੇ ਵਿੱਚ ਇੱਕ ਕਮਾਂਡ ਲੈ ਕੇ ਅੱਗੇ ਚੱਲਦਾ ਹੈ, ਕੱਲ ਨੂੰ ਉਹਨੂੰ ਦੇਖ ਕੇ ਲੋਕ ਹੋਰ ਉਤਸ਼ਾਹਿਤ ਹੁੰਦੇ ਨੇ ਤੇ ਆਪਣੇ ਤਰੀਕੇ ਨਾਲ ਹੀ ਪੁਲਿਸ ਜਿਹੜੇ ਹੈ ਨਸ਼ੇ ਵਾਲੇ ਫੜ ਫੜ ਕੇ ਤੇ ਉਹਨਾਂ ਨੂੰ ਸੋਧਾ ਲਾਉਣ ਲੱਗ ਪੈਣ, ਤਾਂ ਫਿਰ ਪੁਲਿਸ ਕਿੱਥੇ ਗਈ? ਇਹ ਚੀਜ਼ ਜਿਹੜੀ ਹੈ ਪੁਲਿਸ ਨੂੰ ਬਰਦਾਸ਼ਤ ਨਹੀਂ ਹੋਈ, ਤੇ ਜਾਂ ਇਹ ਕਹਿ ਲਈਏ ਕਿ ਹਾਂਜੀ ਬਿਲਕੁਲ ਸੂਬੇ ਜੀ ਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਈ। ਉਹ ਇਸੇ ਕਰਕੇ ਪ੍ਰਵਿੰਦਰ ਝੋਟੇ ਦੇ ਉੱਤੇ ਐਕਸ਼ਨ ਲਿਆ ਗਿਆ। ਇਹ ਪਹਿਲਾਂ ਵੀ ਲਏ ਜਾਂਦੇ ਰਹੇ ਆ ਤੇ ਇਹਦੇ ਤੇ ਵੀ ਲਿਆ ਗਿਆ। ਜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰੇਗਾ ਤੇ ਪੁਲਿਸ ਇਸੇ ਤਰ੍ਹਾਂ ਹੀ ਕਰੇਗੀ। ਉਹ ਗੱਲ ਵੱਖਰੀ ਹੈ ਹਾਂਜੀ ਕਿ ਬਿਲਕੁਲ ਜੀ ਪ੍ਰਵਿੰਦਰ ਸਿੰਘ ਸਹੀ ਕਰ ਰਿਹਾ ਸੀ ਜਾਂ ਗਲਤ ਹੈ, ਉਹਦੇ ਬਾਰੇ ਆਪਾਂ ਹੋਰ ਗੱਲ ਕਰ ਸਕਦੇ ਹਾਂ ਜੀ। ਦਲਜੀਤ ਸਿੰਘ, ਮੈਂ ਕਹਿਣਾ ਚਾਹੁੰਦਾ ਸੀ ਕਿ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜਨਾ ਚਾਹੀਦਾ। ਜਿਵੇਂ ਆਪਾਂ ਕਹਿੰਦੇ ਕਿ ਸਰਕਾਰ ਇੱਕ ਮੈਨੂੰ ਦੱਸਦੇ ਪਏ ਹੋ ਕਿ ਸਰੀਕੇਬਾਜ਼ੀ ਕਰਦੀ ਪਈ ਹੈ, ਕਿ ਪ੍ਰਸ਼ਾਸਨ ਨੂੰ ਲੋਕ ਸਵਾਲ ਚੱਕਣਗੇ ਕਿ ਲੋਕ ਜੇ ਆਪਣੇ ਹੱਥ 'ਚ ਕਾਨੂੰਨ ਲੈ ਲੈਣਗੇ, ਤਾਂ ਸਰਕਾਰ ਨੂੰ ਚਾਹੀਦਾ ਨਹੀਂ ਤੁਹਾਡੇ ਹਿਸਾਬ ਸਿਰ ਕਿ ਇਹਨਾਂ ਲੋਕਾਂ ਨੂੰ ਨਾਲ ਜੋੜਿਆ ਜਾਵੇ। ਇਸ ਦੇ ਨਾਲ ਜਿਹੜਾ ਕਿ ਸਾਰਾ ਕ੍ਰੈਡਿਟ ਤਾਂ ਸਰਕਾਰ ਨੂੰ ਹੀ ਮਿਲੇਗਾ ਨਾ। ਜੇ ਲੋਕਾਂ ਨੂੰ ਨਾਲ ਜੋੜ ਕੇ ਜੇ ਨਸ਼ਾ ਖਤਮ ਕਰ ਦਿੰਦੀ ਹੈ ਆਮ ਆਦਮੀ ਪਾਰਟੀ, ਤਾਂ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਨੂੰ ਤਾਂ ਸਾਰਾ ਕਹਿ ਲਓ ਕਿ ਕ੍ਰੈਡਿਟ ਮਿਲੇਗਾ ਕਿ ਆਮ ਆਦਮੀ ਪਾਰਟੀ ਸਰਕਾਰ ਸੀਗੀ, ਉਹਨੇ ਜਿਹੇ ਲੋਕਾਂ ਦੇ ਨਾਲ ਸਾਥ ਲੈ ਕੇ ਪੰਜਾਬ ਤੋਂ ਨਸ਼ਾ ਮੁਕਾਤਾ। ਦੀਪਨ, ਅਸਲ ਦੇ ਵਿੱਚ ਨਾ ਮਨਸ਼ਾ ਹੋਣੀ ਚਾਹੀਦੀ ਹੈ। ਜੇਕਰ ਤਾਂ ਸਰਕਾਰ ਦੀ ਮਨਸ਼ਾ ਹੋਵੇ ਸਾਫ਼ ਕਿ ਅਸੀਂ ਸੂਬੇ ਦਾ ਵਾਕਈ ਸੁਧਾਰ ਕਰਨਾ ਹੈ, ਨਸ਼ਾ ਸਾਨੂੰ ਮਾਰ ਰਿਹਾ, ਸਾਡੀ ਸਟੇਟ ਖਤਮ ਕਰ ਰਿਹਾ ਤੇ ਇਹਨੂੰ ਜਿੱਦਾਂ ਮਰਜ਼ੀ ਕਰਕੇ ਅਸੀਂ ਖਤਮ ਕਰਨਾ ਹੈ। ਹੁਣ ਮੈਂ ਮੇਜਰ ਗੌਰਵ ਆਰਿਆ ਦੀ ਤੁਹਾਨੂੰ ਉਦਾਹਰਨ ਦਿੰਦਾ। ਮੇਜਰ ਗੌਰਵ ਆਰਿਆ ਕਿੰਨਾ ਜ਼ਹਿਰ ਉਗਲਦਾ ਸਿੱਖਾਂ ਦੇ ਖਿਲਾਫ। ਉਹ ਕੀ ਕਹਿੰਦਾ ਹੈ ਕਿ ਕੰਮ ਹੋਣਾ ਚਾਹੀਦਾ, ਭਾਵੇਂ ਜਿੱਦਾਂ ਮਰਜ਼ੀ ਕਰਾ ਲਓ। ਉਹਨੇ ਇਹ ਗੱਲ ਕਹੀ ਹੈ ਨਾ ਕਿ ਅਮਰੀਕਾ ਦੇ ਵਿੱਚ ਮਾਫੀਆ ਹਾਇਰ ਕਰੋ ਤੇ ਸਿੱਖਾਂ ਨੂੰ ਜਿਹੜਾ ਸੋਧਾ ਲਾਓ, ਉੱਥੇ ਸਿੱਖਾਂ ਨੂੰ ਕਤਲ ਕਰ ਦਿਓ, ਲੱਤਾਂ ਬਾਹਾਂ ਤੋੜ ਦਿਓ। ਸੋ ਇਹ ਨੀਤੀ ਉਹ ਅਪਣਾ ਰਿਹਾ, ਕਿਉਂਕਿ ਉਹ ਕਹਿੰਦਾ ਵੀ ਆਪਾਂ ਖਾਲਿਸਤਾਨੀ ਖਤਮ ਕਰ ਰਹੇ ਨੇ। ਹੁਣ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤੇ ਜੇ ਸਰਕਾਰ ਦੀ ਇਹ ਮਨਸ਼ਾ ਹੋਵੇ
ਕਿ ਆਪਾਂ ਪੰਜਾਬ ਦੇ ਵਿੱਚੋਂ ਚਿੱਟਾ ਨਸ਼ਾ ਜਿਹੜਾ ਹੈ ਉਹ ਖਤਮ ਕਰਨਾ ਹੈ, ਕਰਪਸ਼ਨ ਖਤਮ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਖਤਮ ਕਰਨੀਆਂ ਤੇ ਫਿਰ ਉਹ ਲੋਕਾਂ ਦਾ ਸਾਥ ਮੰਗਣ ਕਿ ਭਾਈ ਆਓ ਸਾਡਾ ਸਾਥ ਦਿਓ। ਤੇ ਫਿਰ ਲੋਕ ਜਿਹੜੇ ਨੇ ਉਹ ਪੰਜਾਬ ਤਾਂ ਹਮੇਸ਼ਾ ਅੱਗੇ ਰਹਿੰਦਾ। ਪੰਜਾਬ ਦੇ ਬਹੁਤ ਸੁਹਿਰਦ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਵੀ ਨੇ, ਉਹ ਕਹਿੰਦੇ ਲਓ ਸਾਡੀਆਂ ਸੇਵਾਵਾਂ ਲਓ, ਅਸੀਂ ਤੁਹਾਡੇ ਨਾਲ ਹਾਂ। ਪਰ ਗੱਲ ਇਹ ਆ ਜਾਂਦੀ ਹੈ ਮਨਸ਼ਾ ਨਹੀਂ ਹੈ। ਤੇ ਜਦੋਂ ਪਾਲਿਸੀਆਂ ਸਰਕਾਰ ਦੀਆਂ ਬਹੁਤ ਸਾਰੀਆਂ ਰਣਨੀਤੀਆਂ ਹੁੰਦੀਆਂ, ਹੁਣ ਮੈਂ ਤੁਹਾਨੂੰ ਸਵਾਲ ਪੁੱਛ ਲੈਣਾ ਇੱਕ, ਸ਼ਰਾਬ ਦੇ ਨਾਲ ਆਏ ਸਾਲ ਪੰਜਾਬ ਦੇ ਵਿੱਚ ਹੀ, ਆਪਾਂ ਬਾਹਰ ਨਾ ਵੀ ਜਾਈਏ, ਪੰਜਾਬ 'ਚ ਕਿੰਨੀਆਂ ਮੌਤਾਂ ਸ਼ਰਾਬ ਨਾਲ ਹੁੰਦੀਆਂ। ਜਿਹੜੇ ਲੋਕ ਸ਼ਰਾਬਾਂ ਪੀ ਕੇ ਐਕਸੀਡੈਂਟਾਂ ਦਾ ਸ਼ਿਕਾਰ ਹੁੰਦੇ ਨੇ ਉਹ ਵੱਖਰੇ ਨੇ, ਜਿਹੜੇ ਲੀਵਰ ਦੀਆਂ ਖਰਾਬੀਆਂ, ਹਾਰਟ ਅਟੈਕ ਜਾਂ ਹੋਰ ਚੀਜ਼ਾਂ, ਸ਼ਰਾਬ ਨਾਲ ਕਿੰਨੇ ਲੋਕ ਮਰਦੇ ਨੇ। ਤੇ ਕਦੇ ਅਸੀਂ ਇਹ ਇਮੈਜਿਨ ਕਰ ਸਕਦੇ ਹਾਂ ਕਿ ਸਰਕਾਰ ਜਿਹੜੀ ਉਹ ਸ਼ਰਾਬ ਜਿਹੜੀ ਪੰਜਾਬ ਦੇ ਵਿੱਚੋਂ ਬੰਦ ਕਰ ਦੂਗੀ? ਨਹੀਂ, ਕਿਉਂਕਿ ਉਹ ਸ਼ਰਾਬ ਦੀ ਪਾਲਿਸੀ ਹੈ ਜਿਹਦੇ ਰਾਹੀਂ ਉਹ ਇਨਕਮ ਲਿਆਉਂਦੇ, ਉਹਨਾਂ ਨੂੰ ਨਹੀਂ ਹੈਗਾ ਲੈਣ ਦੇਣ ਕਿ ਕੋਈ ਬੰਦਾ ਮਰਦਾ ਜਾਂ ਨਹੀਂ ਮਰਦਾ। ਉਸ ਤੋਂ ਬਾਅਦ ਅਸੀਂ ਗੱਲ ਵਰਲਡ ਵਾਈਡ ਕਰੀਏ, ਇੱਕ ਮੈਂ ਵਰਲਡ ਦੀ ਦੁਨੀਆ ਦੀ ਐਗਜ਼ਾਮਪਲ ਦੇਣ ਲੱਗਿਆ। ਸਿਗਰਟ, ਤੰਬਾਕੂ ਨੋਸ਼ੀ ਜਿਹੜੀ ਹੁੰਦੀ ਹੈ, ਦੁਨੀਆ ਭਰ ਦੇ ਵਿੱਚ ਸਿਗਰਟ ਚੱਲਦੀ ਹੈ ਤੇ ਤੁਹਾਨੂੰ ਹਰ ਸਰਕਾਰੀ ਮਹਿਕਮੇ ਦੀ ਕੰਧ ਦੇ ਉੱਤੇ ਲਿਖਿਆ ਮਿਲ ਜੂਗਾ ਨੋ ਸਮੋਕਿੰਗ। ਸਮੋਕਿੰਗ ਜਿਹੜੀ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ, ਤੁਹਾਡੇ ਲੰਗਸ ਨੂੰ ਖਰਾਬ ਕਰ ਸਕਦੀ ਹੈ। ਥੀਏਟਰ ਦੇ ਵਿੱਚ ਤੁਸੀਂ ਫਿਲਮ ਦੇਖਣ ਜਾਂਦੇ ਹੋ, ਫਿਲਮ ਤੋਂ ਪਹਿਲਾਂ ਇਹ ਉੱਤੇ ਲਿਖਿਆ ਆ ਜਾਂਦਾ ਕਿ ਭਾਈ ਸਮੋਕਿੰਗ ਮਾੜੀ ਹੈ। ਉਸ ਤੋਂ ਅੱਗੇ ਆ ਜਾਂਦਾ ਕਿ ਸ਼ਰਾਬ ਮਾੜੀ ਹੈ। ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਪਰ ਬੰਦ ਕੌਣ ਕਰ ਰਿਹਾ? ਕੋਈ ਬੰਦ ਕਰਨ ਵਾਸਤੇ ਸਰਕਾਰ ਨੇ ਅਜੇ ਤੱਕ ਕਿਹਾ? ਉਹ ਤਾਂ ਸਰਕਾਰਾਂ ਜਿਹੜੀਆਂ ਨੇ ਐਸੀਆਂ ਫੈਕਟਰੀਆਂ ਨੂੰ ਜਾਂ ਜਿਹੜੇ ਇਹੋ ਜਿਹੇ ਧੰਦੇ ਨੇ ਉਹਨਾਂ ਨੂੰ ਗ੍ਰਾਂਟਾਂ ਦਿੰਦੀਆਂ ਕਿ ਤੁਸੀਂ ਕਰੋ ਭਾਈ। ਸੋ ਦੂਜੇ ਪਾਸੇ ਮੈਸੇਜ ਦਿੱਤਾ ਜਾਂਦਾ ਕਿ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ। ਸੋ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ। ਹੁਣ ਜਿਹੜੀ ਮੈਂ ਤੁਹਾਨੂੰ ਪੰਜਾਬ 'ਚ ਤੁਸੀਂ ਕਹਿ ਰਹੇ ਹੋ ਕਿ ਐਸੇ ਲੋਕਾਂ ਦਾ ਸਾਥ ਕਿਉਂ ਨਹੀਂ ਲੈਂਦੀ ਸਰਕਾਰ? ਹੁਣ ਅੰਮ੍ਰਿਤਪਾਲ ਸਿੰਘ ਵਰਗਾ ਸੁਹਿਰਦ ਨੌਜਵਾਨ, ਜਿੰਨੀ ਉਹਨੂੰ ਜਾਣਕਾਰੀ ਹੈ ਦੁਨੀਆ ਲੈਵਲ ਦੀ, ਇੰਨਾ ਉਹ ਇੰਟੈਲੈਕਚੁਅਲ ਬੰਦਾ ਜਿਹਨੂੰ ਪੰਜਾਬ ਦੇ ਸਾਰੇ ਹੱਕਾਂ ਦਾ ਪਤਾ ਸੀ, ਕੱਲੀ ਕੱਲੀ ਗੱਲ ਉਹਨੇ ਇਤਿਹਾਸ ਦੇ ਨਾਲ ਜੋੜ ਕੇ, ਬਾਕੀ ਦੇਸ਼ਾਂ ਦੇ ਨਾਲ ਜੋੜ ਕੇ ਦੱਸ ਦਿੱਤੀ ਕਿ ਪੰਜਾਬ ਦੀ ਕੀ ਸਿਚੁਏਸ਼ਨ ਹੈ, ਪੰਜਾਬ ਨੂੰ ਕਿਵੇਂ ਅਸੀਂ ਖੂਹ ਦੇ ਵਿੱਚੋਂ ਕੱਢ ਸਕਦੇ ਹਾਂ, ਜਿਹੜਾ ਖੂਹ ਦੇ ਵਿੱਚ ਪੰਜਾਬ ਇਸ ਵੇਲੇ ਪਿਆ ਹੋਇਆ। ਉਹਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ। ਅਸੀਂ ਤਾਂ ਇਹ ਵੀ ਕਹਿੰਦੇ ਸੀਗੇ ਇਹੋ ਜਿਹੇ ਬੰਦੇ ਸਰਕਾਰ 'ਚ ਹੋਣ ਤਾਂ ਕੇਂਦਰ ਨਾਲ ਮੱਥਾ ਲਾਉਣ ਕਿ ਸਾਡੇ ਹੱਕ ਦਿਓ ਭਾਈ। ਪਰ ਭਗਵੰਤ ਮਾਨ ਹੋਰਾਂ ਨੇ ਉਹਨੂੰ ਨਾਲ ਰੱਖਣ ਦੀ ਬਜਾਏ ਉਹਨੂੰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ। ਸੋ ਇਹ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ। ਸਰਕਾਰ ਅੰਦਰ ਖਾਤੇ ਬਹੁਤ ਕੁਛ ਕਰਦੀ ਹੈ। ਜਦੋਂ ਲੋਕਾਂ ਨੂੰ ਨਾਲ ਲਿਆ ਜਾਏਗਾ, ਲੋਕ ਚੰਗੀ ਨੀਤ ਨਾਲ ਲੱਗਣਗੇ। ਉਹਨਾਂ ਨੂੰ ਜਦੋਂ ਵਿੱਚ ਜਾ ਕੇ ਪਤਾ ਲੱਗੇਗਾ ਵੀ ਨਹੀਂ, ਇਹ ਤਾਂ ਸਰਕਾਰ ਦਾ ਹੀ ਰੌਲਾ ਭਾਈ, ਇਹ ਤਾਂ ਸਰਕਾਰ ਹੀ ਕਰ ਰਹੀ ਹੈ ਕੰਮ, ਤਾਂ ਫੇਰ ਕਿੱਧਰ ਨੂੰ ਗੱਲ ਜਾਊਗੀ? ਫਿਰ ਲੋਕਾਂ ਦੇ ਵਿੱਚ ਉਹ ਗੱਲਾਂ ਨਿਕਲਦੀਆਂ, ਆਪ ਵਿਸ਼ਵਾਸ ਪੈਦਾ ਹੁੰਦਾ ਹੈ। ਇਸ ਕਰਕੇ ਸਰਕਾਰ ਗੁਪਤ ਤਰੀਕਿਆਂ ਨਾਲ ਕੰਮ ਕਰਦੀ ਹੈ। ਲੋਕਾਂ ਦਾ ਸਾਥ ਉਹ ਕਹਿੰਦੇ ਸਾਨੂੰ ਚਾਹੀਦਾ ਹੀ ਨਹੀਂ, ਸਾਨੂੰ ਆਪੇ ਆਪਣੇ ਤਰੀਕੇ ਨਾਲ ਸੂਬਾ ਹੈਂਡਲ ਕਰਨ ਦਿਓ, ਜਿੱਦਾਂ ਅਸੀਂ ਕਰ ਰਹੇ ਹਾਂ ਸਾਨੂੰ ਕਰਨ ਦਿਓ, ਤੁਹਾਡਾ ਵਿੱਚ ਕੋਈ ਲੈਣ ਦੇਣ ਨਹੀਂ ਹੈ। ਹੁਣ ਪੰਜਾਬ ਪੁਲਿਸ ਹੈ, ਪੰਜਾਬ ਪੁਲਿਸ ਦੀਆਂ ਮੈਂ ਤੁਹਾਨੂੰ ਕਿੰਨੀਆਂ ਕਾਰਵਾਈਆਂ ਦੱਸ ਦਿੱਤੀਆਂ ਕਿ ਜਦੋਂ ਆਪਣੇ ਤੇ ਬਣ ਆਈ ਹੈ ਉਹਨਾਂ ਨੇ ਐਕਸ਼ਨ ਲਿਆ। ਹੁਣ ਸਿੱਧੂ ਮੂਸੇਵਾਲਾ ਕਤਲ ਹੋ ਗਿਆ, ਮਾਂ ਪਿਓ ਰੋਂਦੇ ਨੇ ਨਾ, ਪਰ ਉਹਦੇ ਕਾਤਲ ਨਹੀਂ ਫੜੇ ਗਏ। ਇੱਥੋਂ ਤੱਕ AK-47 ਲੈ ਕੇ ਅਗਲੇ ਆਏ, ਬੰਦਾ ਮਾਰ ਕੇ, ਜੀ ਪੰਜਾਬ ਦਾ ਟੌਪ ਦਾ ਬੰਦਾ ਮਾਰ ਕੇ, ਜਿਹਦੀ ਏਡੀ ਵੱਡੀ ਫੈਨ ਫੋਲੋਇੰਗ ਸੀ। ਇਹ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਸੂਬੇ ਦੀਆਂ ਸਰਕਾਰਾਂ ਨੂੰ, ਸਾਡੇ ਪ੍ਰਸ਼ਾਸਨ ਨੂੰ, ਕਿ ਏਡਾ ਵੱਡਾ ਅਸੀਂ ਬੰਦਾ ਮਰਵਾ ਲਿਆ, ਸਟਾਰ। ਹੁਣ ਜੇ ਇਹੀ ਗੱਲ ਕਿਤੇ ਅਮਰੀਕਾ ਦੇ ਵਿੱਚ ਕਿਤੇ ਵੱਡੇ ਸਟਾਰ ਦੇ ਨਾਲ ਹੋ ਜਾਏ ਤਾਂ ਉਹ ਫਲੈਗ ਤੱਕ ਆਪਣੇ ਝੁਕਾ ਦੇਣ, ਇੰਗਲੈਂਡ 'ਚ ਹੋ ਜਾਏ ਉਹ ਆਪਣੇ ਫਲੈਗ ਤੱਕ ਥੱਲੇ ਕਰ ਦੇਣ, ਡਿਫੈਂਸ ਮਿਨਿਸਟਰੀ ਨੂੰ ਜਵਾਬ ਦੇਣਾ ਪੈ ਜਾਏ। ਸੋ ਮੂਸੇਵਾਲੇ ਦਾ ਕਤਲ ਹੋ ਜਾਂਦਾ, ਉਹਦੇ ਉੱਤੇ ਅੱਜ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ। ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਂਦਾ, ਕੋਈ ਐਕਸ਼ਨ ਨਹੀਂ ਲਿਆ ਗਿਆ। ਕਿਉਂ? ਕਿਉਂਕਿ ਉਹ ਉੱਥੇ ਕੋਈ ਵੀ ਡੰਡਾ ਨਹੀਂ ਸੀ, ਕੋਈ ਪੁਲਿਸ ਦੇ ਵਿੱਚੋਂ ਬੰਦਾ ਨਹੀਂ ਸੀ, ਉਹ ਕੋਈ ਪ੍ਰਸ਼ਾਸਨ ਦੇ ਵਿੱਚੋਂ ਬੰਦਾ ਨਹੀਂ ਸੀ। ਮੈਂ ਤੁਹਾਨੂੰ ਦਾਅਵੇ ਨਾਲ ਇਹ ਗੱਲ ਕਹਿ ਦਿੰਦਾ ਕਿ ਅੱਜ ਕੋਈ ਬੰਦਾ ਪੋਲੀਟੀਸ਼ੀਅਨ, ਅਸੀਂ ਕੋਈ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦੇ, ਨਾ ਹੀ ਮੈਂ ਚਾਹੁੰਦਾ ਏਦਾਂ ਹੋਵੇ। ਪਰ ਜੇ ਕਿਸੇ ਪੋਲੀਟੀਸ਼ੀਅਨ ਨੂੰ ਆਂਚ ਆ ਜਾਂਦੀ ਹੈ ਤੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿਵੇਂ ਫਲੈਗ ਮਾਰਚ ਹੁੰਦੇ ਨੇ, ਕਿਵੇਂ ਮਿਲਟਰੀ ਡਿਪਲੋਏ ਕੀਤੀ ਜਾਂਦੀ ਹੈ। ਜੇਕਰ ਕੋਈ ਪੁਲਿਸ ਦਾ ਬੰਦਾ ਹੈ, ਉਹਦੀਆਂ ਮੈਂ ਤੁਹਾਨੂੰ ਉਦਾਹਰਨਾਂ ਦੇ ਹੀ ਦਿੱਤੀਆਂ ਕਿ ਕਿਵੇਂ ਕਿਵੇਂ ਹੋਇਆ। ਮੈਂ ਵੀ ਹੂੰ ਹਰਜੀਤ ਸਿੰਘ ਔਰ ਸਲੋਗਨ ਚੱਲ ਗਿਆ। ਅੱਜ ਉਸ ਤੋਂ ਬਾਅਦ ਕਿੰਨੇ ਲੋਕ ਮਾਰੇ ਗਏ, ਕਿੰਨਿਆਂ ਦੇ ਗੁੱਟ ਵੱਢੇ ਗਏ, ਕਦੀ ਉਹ ਸਲੋਗਨ ਚੱਲਿਆ ਕਿ ਮੈਂ ਵੀ ਹੂੰ ਫਲਾਨਾ ਸਿੰਘ। ਸੋ ਇਹ ਚੀਜ਼ਾਂ ਹੁੰਦੀਆਂ ਸਰਕਾਰਾਂ ਦੀਆਂ ਪਾਲਿਸੀਆਂ, ਸਰਕਾਰ ਆਪਣੇ ਤਰੀਕੇ ਨਾਲ ਚੱਲਦੀ ਹੈ ਜੀ। ਜੀ ਦਲਜੀਤ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਅਤੇ ਹਰ ਮੁੱਦੇ ਦੇ ਉੱਤੇ ਤੁਸੀਂ ਕਹਿ ਲਓ ਕਿ ਬੇਬਾਕ ਹੋ ਕੇ ਆਪਣੇ ਜੋ ਵਿਚਾਰ ਨੇ ਉਹ ਸਾਡੇ ਦਰਸ਼ਕਾਂ ਦੇ ਅੱਗੇ ਰੱਖਦੇ ਹੋ। ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ। ਸੋ ਤੁਸੀਂ ਵੀ ਕਾਲ ਤੇ ਲੈਂਦੇ ਹੋ ਤੇ ਸਾਡੇ ਵਿਚਾਰ ਜਿਹੜੇ ਉਹ ਸਾਡੇ ਦਰਸ਼ਕਾਂ ਦੇ ਅੱਗੇ ਰੱਖਦੇ ਹੋ। ਬਹੁਤ ਧੰਨਵਾਦ ਜੀ। ਜੀ ਧੰਨਵਾਦ।